हाँ जी, लास्ट वीडियो ਦੇ ਵਿੱਚ ਆਪਾਂ ਦੇਖਿਆ ਸੀ ਨਾउਨ ਫਰੇਜ਼ ਤੇ ਆਪਾਂ ਨਾਲ ਦੀ ਨਾਲ ਤੁਹਾਨੂੰ ਨਾउਨ ਫਰੇਜ਼ ਦੇ 3 ਸੈਂਟੈਂਸ ਦਿੱਤੇ ਸੀ ਜਿਹਦੇ ਵਿੱਚੋਂ ਤੁਹਾਨੂੰ ਹੈਡ ਨਾउन ਜਿਹੜਾ ਫਾਈਂਡ ਕਰਨ ਲਈ ਕਿਹਾ ਸੀ। ਤਾਂ ਉਹਦੇ ਵਿੱਚੋਂ ਫਰਸਟ ਜਿਹੜਾ ਆਪਣਾ ਹੈ ਵਨ ਟਰੂ ਲਵ ਆਫ ਮਾਈਨ, ਤੇ ਇਹਦੇ ਵਿੱਚੋਂ ਹੈਡ ਨਾउन ਜਿਹੜਾ ਉਹ ਕਿਹੜਾ ਹੋਏਗਾ? ਤੇ ਇਸਦਾ ਆਨਸਰ ਹੈਗਾ ਜੀ ਲਵ। ਇਹ ਹੈਗਾ ਹੈਡ ਨਾउन। ਸੈਕਿੰਡ ਸੈਂਟੈਂਸ ਆਪਣੇ ਕੋਲ ਆਉਂਦਾ ਹੈ ਆਈ ਡੋਂਟ ਹੈਵ ਅ ਬੈਂਕ ਅਕਾਊਂਟ। ਇਹਦੇ ਵਿੱਚੋਂ ਪਹਿਲਾਂ ਅਗਰ ਆਪਾਂ ਗੱਲ ਕਰ ਲਈਏ ਫਰੇਜ਼ ਦੀ ਤਾਂ ਨਾउन ਫਰੇਜ਼ ਸਾਡੇ ਕੋਲ ਹੋਏਗਾ ਅ ਬੈਂਕ ਅਕਾਊਂਟ। ਇਹ ਜਿਹੜਾ ਹੈਗਾ ਇਸ ਗਰੁੱਪ ਆਫ ਵਰਡਸ ਜਿਹੜੇ ਸਾਡੇ ਕੋਲ ਹੋਣਗੇ ਨਾउन ਫਰੇਜ਼, ਤੇ ਇਹਦੇ ਵਿੱਚੋਂ ਜੋ ਅਕਾਊਂਟ ਸ਼ਬਦ ਹੈ ਇਹ ਹੋਏਗਾ ਜੀ ਹੈਡ ਨਾउन। ਇਹ ਹੋਏਗਾ ਹੈਡ ਨਾउन। ਅ ਬੈਂਕ ਅਕਾਊਂਟ ਨਾउन ਫਰੇਜ਼, ਅਕਾਊਂਟ ਇਜ਼ ਅ ਹੈਡ ਨਾउन। ਥਰਡ ਆਪਣੇ ਕੋਲ ਸੈਂਟੈਂਸ ਹੈ ਐਵਰੀ ਮੈਨ ਆਫ ਕਰੇਜ ਇਜ਼ ਅ ਮੈਨ ਆਫ ਹਿਜ਼ ਵਰਡਸ। ਤੇ ਇਹਦੇ ਵਿੱਚੋਂ ਅਗਰ ਆਪਾਂ ਗੱਲ ਕਰ ਲਈਏ ਪਹਿਲਾਂ ਤਾਂ ਹੈਡ ਨਾउन ਦੀ, ਤਾਂ ਮੈਨ ਜੋ ਹੈ ਇੱਥੇ ਇਹ ਰਹੇਗਾ ਸਾਡੇ ਕੋਲ ਹੈਡ ਨਾउन। ਇਸੇ ਤਰ੍ਹਾਂ ਇੱਥੇ ਵੀ ਜਿਹੜਾ ਮੈਨ ਹੈ ਇਹ ਵੀ ਹੋਏਗਾ ਸਾਡੇ ਕੋਲ ਹੈਡ ਨਾउन। ਲੇਕਿਨ ਇਹਦੇ ਵਿੱਚੋਂ ਅਗਰ ਆਪਾਂ ਨਾउन ਫਰੇਜ਼ ਦੀ ਗੱਲ ਕਰ ਲਈਏ ਤਾਂ ਨਾउन ਫਰੇਜ਼ ਹੋਏਗਾ ਜੀ ਐਵਰੀ ਮੈਨ ਆਫ ਕਰੇਜ। ਉਸ ਤੋਂ ਬਾਅਦ ਸਾਡੇ ਕੋਲ ਹੋਏਗਾ ਅ ਮੈਨ ਆਫ ਹਿਜ਼ ਵਰਡਸ। ਇਹ ਹੋਏਗਾ ਸਾਡੇ ਕੋਲ ਨਾउन ਫਰੇਜ਼। ਤਾਂ ਨਾउन ਫਰੇਜ਼ ਜਿਹੜੇ ਇੱਥੇ ਹੋ ਗਏ ਐਵਰੀ ਮੈਨ ਆਫ ਕਰੇਜ, ਇਹ ਸਾਡੇ ਕੋਲ ਨਾउन ਫਰੇਜ਼ ਹੋ ਚੁੱਕੇ हैं ਜੀ। ਅ ਮੈਨ ਆਫ ਹਿਜ਼ ਵਰਡਸ ਇਹ ਵੀ ਫਰੇਜ਼ ਹੈ, ਲੇਕਿਨ ਇਹਦੇ ਵਿੱਚੋਂ ਮੈਨ ਤੇ ਇਹ ਵਾਲਾ ਮੈਨ ਇਹ ਜਿਹੜੇ ਹੋਣਗੇ ਇਹ ਹੋਣਗੇ ਹੈਡ ਨਾउन। ਸੋ ਦੋ ਫਰੇਜ਼ਸ ਔਰ ਦੋ ਹੈਡ ਨਾउन ਜਿਹੜੇ ਆਪਾਂ ਇਹਦੇ ਵਿੱਚੋਂ ਫਾਈਂਡ ਕਰ ਲਏ ਆ। ਆਈ ਹੋਪ ਤੁਹਾਡਾ ਨਾउन ਫਰੇਜ਼ ਜਿਹੜਾ ਉਹ ਕਲੀਅਰ ਹੋ ਗਿਆ ਹੋਏਗਾ। ਅੱਜ ਆਪਾਂ ਦੇਖਣ ਵਾਲੇ ਹਾਂ ਜਿਹਦੇ ਵਿੱਚ ਵਰਬ ਫਰੇਜ਼ ਨੂੰ ਡਿਟੇਲ ਦੇ ਵਿੱਚ ਸਮਝਾਂਗੇ। ਵਰਬ ਫਰੇਜ਼ ਕੀ ਹੁੰਦਾ? ਦੇਖੋ ਵਰਬ ਫਰੇਜ਼ ਕੀ ਹੁੰਦਾ, ਤੁਸੀਂ ਇਹਨੂੰ ਪਹਿਲਾਂ ਇਸ ਦੇ ਵਿੱਚ ਨੋਟ ਕਰ ਸਕਦੇ ਹੋ ਕਿ ਉਹ ਸ਼ਬਦ ਜਿਹੜੇ ਵਰਬ ਦੀ ਜਗ੍ਹਾ ਤੇ ਯੂਜ਼ ਕੀਤੇ ਜਾਣ ਉਹਨੂੰ ਆਪਾਂ ਕਹਿੰਦੇ ਆ ਵਰਬ ਫਰੇਜ਼। ਅ ਗਰੁੱਪ ਆਫ ਵਰਡ, a group of words acts as a verb। ਜੋ verb ਦੀ ਤਰ੍ਹਾਂ ਜਾਂ verb ਦੀ ਜਗ੍ਹਾ ਤੇ ਕੰਮ ਕਰਨ ਉਹਨਾਂ ਨੂੰ ਆਪਾਂ verb phrase ਕਹਿੰਦੇ ਆ। it consists of main verb and its auxiliary verb। देखिए मेन वर्ब जो है ਤੇ ਇੱਕ ਹੁੰਦਾ ਆਪਣੇ ਪਾਸ ਆਕਸਿਲਰੀ ਵਰਬ, ਜਾਂ ਫਿਰ ਤੁਸੀਂ ਇਸ ਨੂੰ ਹੈਲਪਿੰਗ ਵਰਬ ਜੋ ਹੈ ਕਹਿ ਕੇ ਸਮਝ ਲਓ, ਕਿਉਂਕਿ ਹੈਲਪਿੰਗ ਵਰਬ ਤੋਂ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਆਪਾਂ ਇੱਥੇ ਕਿਹੜੇ ਵਰਬ ਦੀ ਗੱਲ ਕਰ ਰਹੇ ਹਾਂ। ਬਾਕੀ ਮੇਨ ਵਰਬ ਨਾਲੋਂ ਹੈਲਪਿੰਗ ਵਰਬ ਕਿਸ ਤਰ੍ਹਾਂ ਅਲੱਗ ਹੁੰਦੇ ਆ, ਆਕਸਿਲਰੀ ਵਰਬ ਕਿਹੜੇ ਹੁੰਦੇ ਆ, ਉਹਨੂੰ ਡਿਟੇਲ ਦੇ ਵਿੱਚ ਆਪਾਂ ਸਮਝਾਂਗੇ ਜਦੋਂ ਆਪਾਂ ਵਰਬ ਨੂੰ ਡਿਟੇਲ ਦੇ ਵਿੱਚ ਕਰਾਂਗੇ। ਫਿਲਹਾਲ ਆਪਾਂ ਕਰ ਰਹੇ ਹਾਂ ਜੀ ਵਰਬ ਫਰੇਜ਼, ਜਿਹਦੇ ਵਿੱਚ ਆਪਾਂ ਨੂੰ ਇੰਨਾ ਸਮਝਣ ਦੀ ਜ਼ਰੂਰਤ ਹੈ ਕਿ ਜਿਹੜੇ ਸ਼ਬਦ ਵਰਬ ਦੀ ਜਗ੍ਹਾ ਤੇ ਵਰਤੇ ਜਾਣ ਉਹਨਾਂ ਨੂੰ ਆਪਾਂ ਕਹਿੰਦੇ ਆ ਵਰਬ ਫਰੇਜ਼। ਤੇ ਵਰਬ ਵਾਲੇ ਸ਼ਬਦ ਕਿਹੜੇ ਹੁੰਦੇ ਆ, ਵਰਬ ਕਿਹੜੇ ਹੁੰਦੇ ਆ, ਉਹ ਸ਼ਬਦ ਜੋ ਸਾਨੂੰ ਕਿਸੇ ਕੰਮ ਦੇ ਹੋਣ ਦਾ, ਕਿਰਿਆ ਦੇ ਹੋਣ ਬਾਰੇ ਦੱਸਣ ਉਹਨਾਂ ਨੂੰ ਆਪਾਂ ਕਹਿੰਦੇ ਆ ਵਰਬ। ਤੇ ਉਹਦੀ ਜਗ੍ਹਾ ਤੇ ਯੂਜ਼ ਹੋਣ ਵਾਲੇ ਗਰੁੱਪ ਆਫ ਵਰਡਸ ਨੂੰ ਆਪਾਂ ਕਹਿੰਦੇ ਆ ਵਰਬ ਫਰੇਜ਼। ਫॉर एग्जांपल I have been playing since morning। ਹੁਣ ਇਸ ਦੇ ਵਿੱਚੋਂ ਮੇਨ ਵਰਬ ਕਿਹੜਾ ਹੈ ਜੀ, ਤੁਹਾਨੂੰ ਸਾਫ਼ ਪਤਾ ਚੱਲ ਰਿਹਾ ਮੇਨ ਵਰਬ ਹੈਗਾ ਪਲੇਇੰਗ ਯਾਨੀ ਕਿ ਖੇਲਣਾ। ਐਂਡ ਹੈਵ ਬੀਨ ਜਿਹੜਾ ਹੈ ਇਹ ਹੋ ਜਾਏਗਾ ਸਾਡਾ ਆਕਸਿਲਰੀ ਵਰਬ ਜਾਂ ਫਿਰ ਹੈਲਪਿੰਗ ਵਰਬ। ਤੇ ਇਹ ਪੂਰਾ ਜਿਹੜੇ ਸ਼ਬਦ ਹੈ ਗਰੁੱਪ ਆਫ ਵਰਡਸ ਹੈ ਹੈਵ ਬੀਨ ਪਲੇਇੰਗ, ਇਹ ਹੋਏਗਾ ਵਰਬ ਫਰੇਜ਼। ਲੇਕਿਨ ਇਹਦੇ ਵਿੱਚੋਂ ਜੋ ਪਲੇਇੰਗ ਹੈ ਦਿਸ ਪਲੇਇੰਗ ਇਹ ਹੋਏਗਾ ਮੇਨ ਵਰਬ, ਤੇ ਹੈਵ ਬੀਨ ਜੋ ਹੈ ਦਿਸ ਇਜ਼ ਹੈਵ ਬੀਨ ਇਹ ਹੋਏਗਾ ਸਾਡੇ ਕੋਲ ਆਕਸਿਲਰੀ ਵਰਬ। ਹਾਂਜੀ, ਤਾਂ ਹੈਵ ਬੀਨ ਪਲੇਇੰਗ ਹੋਏਗਾ ਸਾਡੇ ਕੋਲ ਵਰਬ ਫਰੇਜ਼, ਉਹਦੇ ਵਿੱਚੋਂ ਹੈਵ ਬੀਨ ਆਕਸਿਲਰੀ ਜਾਂ ਹੈਲਪਿੰਗ ਵਰਬ, ਪਲੇਇੰਗ ਜੋ ਹੈ ਉਹ ਸਾਡਾ ਹੋਏਗਾ ਮੇਨ ਵਰਬ। ਸੈਕਿੰਡ ਸੈਂਟੈਂਸ ਦੇਖ ਲੈਣਾ ਇੱਕ ਵਾਰ। he will be going to hometown next month। he will be going to hometown next month। ਇਸ ਦੇ ਵਿੱਚੋਂ will be going ਇਹ ਹੈਗਾ ਜੀ ਪੂਰੇ ਵਰਬ ਦੀ ਜਗ੍ਹਾ ਤੇ ਲੱਗਣ ਵਾਲਾ ਰਿਹਾ ਹੈ will be going, ਇਹ ਵਰਬ ਦੀ ਜਗ੍ਹਾ ਤੇ ਯੂਜ਼ ਹੋਣ ਵਾਲੇ ਗਰੁੱਪ ਆਫ ਵਰਡਸ ਹੈ। ਤਾਂ ਇਹ ਜਿਹੜੇ ਹੋ ਗਏ ਸਾਡੇ ਵਰਬ ਫਰੇਜ਼। ਇਹਦੇ ਵਿੱਚੋਂ ਜੋ ਗੋਇੰਗ ਹੈ ਇਹ ਹੋਏਗਾ ਜੀ ਮੇਨ ਵਰਬ, ਔਰ will be ਜਿਹੜਾ ਉਹ ਹੋਏਗਾ ਆਕਸਿਲਰੀ ਵਰਬ। ਤਾਂ ਤੁਹਾਨੂੰ ਵਰਬ ਕੀ ਹੁੰਦਾ, ਵਰਬ ਫਰੇਜ਼ ਕੀ ਹੁੰਦਾ, ਤੇ ਮੇਨ ਵਰਬ ਆਕਸਿਲਰੀ ਵਰਬ ਕਿਹੜੇ ਹੁੰਦੇ ਆ, ਹੈਲਪਿੰਗ ਵਰਬ ਕਿਹੜੇ ਹੁੰਦੇ ਆ, ਸਾਰੀ ਚੀਜ਼ ਜਿਹੜੀ ਇੱਥੇ ਕਲੀਅਰ ਹੋ ਗਈ ਹੋਏਗੀ।
ਤੇ ਇਹ ਸੀਗਾ ਜੀ ਵਰਬ ਫਰੇਜ਼। ਵਰਬ ਦੀ ਜਗ੍ਹਾ ਤੇ ਯੂਜ਼ ਹੋਣ ਵਾਲੇ ਸ਼ਬਦਾਂ ਨੂੰ ਆਪਾਂ ਵਰਬ ਫਰੇਜ਼ ਕਹਿੰਦੇ ਆ। ਵਰਬ ਫਰੇਜ਼ ਦੇ ਵਿੱਚੋਂ ਇੱਕ ਮੇਨ ਵਰਬ ਹੁੰਦਾ ਹੈ, ਇੱਕ ਆਕਜ਼ਿਲਰੀ ਵਰਬ ਜਾਂ ਹੈਲਪਿੰਗ ਵਰਬ ਹੁੰਦਾ ਹੈ। ਹਾਂਜੀ, ਨੈਕਸਟ ਆਪਾਂ ਆਪਣੀ ਥਰਡ ਟਾਈਪ ਕਰਨ ਵਾਲੇ ਆ ਪ੍ਰੈਪੋਜੀਸ਼ਨਲ ਫਰੇਜ਼। ਪ੍ਰੈਪੋਜੀਸ਼ਨਲ ਫਰੇਜ਼ ਕਿਹੜੇ ਹੁੰਦੇ ਆ? ਉਹ ਫਰੇਜ਼, ਉਹ ਗਰੁੱਪ ਆਫ ਵਰਡਸ ਜਿਸ ਦੇ ਵਿੱਚ ਇੱਕ ਪ੍ਰੈਪੋਜੀਸ਼ਨ ਯੂਜ਼ ਹੁੰਦੀ ਹੈ। ਪ੍ਰੈਪੋਜੀਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਕੀ ਹੁੰਦੀ ਹੈ, ਜਿਵੇਂ ਫੋਰ ਐਗਜ਼ਾਮਪਲ ਇਨ, ਆਫਟਰ, ਔਨ, ਬਿਹਾਈਂਡ, ਅਬਾਊਟ, ਇਹ ਸਾਰੇ ਜਿਹੜੇ ਹੋ ਗਏ ਪ੍ਰੈਪੋਜੀਸ਼ਨਸ ਹੋ ਗਏ। ਬਾਕੀ ਡਿਟੇਲ ਜਿਹੜੇ ਪ੍ਰੈਪੋਜੀਸ਼ਨ ਤੇ ਆਪਾਂ ਇੱਕ ਵੀਡੀਓ ਜ਼ਰੂਰ ਬਣਾਵਾਂਗੇ। ਫਿਲਹਾਲ ਆਪਾਂ ਕਰ ਰਹੇ ਹਾਂ ਪ੍ਰੈਪੋਜੀਸ਼ਨਲ ਫਰੇਜ਼, ਜਿਸ ਫਰੇਜ਼ ਦੇ ਵਿੱਚ ਪ੍ਰੈਪੋਜੀਸ਼ਨ ਯੂਜ਼ ਹੁੰਦੀ ਹੈ ਤੇ ਉਸ ਤੋਂ ਬਾਅਦ ਉਸ ਪ੍ਰੈਪੋਜੀਸ਼ਨ ਦਾ ਆਬਜੈਕਟ ਯੂਜ਼ ਕੀਤਾ ਜਾਂਦਾ ਹੈ, ਉਸ ਨੂੰ ਆਪਾਂ ਕਹਿੰਦੇ ਹਾਂ ਪ੍ਰੈਪੋਜੀਸ਼ਨਲ ਫਰੇਜ਼। ਨੋਟ ਕਰ ਸਕਦੇ ਹੋ, ਅ ਪ੍ਰੈਪੋਜੀਸ਼ਨਲ phrase prepositional phrase consists of a preposition and followed by its object। ਸੋ ਪ੍ਰੈਪੋਜੀਸ਼ਨਲ ਫਰੇਜ਼ ਕਿਹੜਾ ਹੋਏਗਾ? ਜਿਸ ਦੇ ਵਿੱਚ ਇੱਕ ਪ੍ਰੈਪੋਜੀਸ਼ਨ ਹੁੰਦੀ ਹੈ ਤੇ ਨਾਲ ਹੀ ਉਹ ਇੱਕ ਆਬਜੈਕਟ ਦੇ ਥਰੂ ਫੋਲੋ ਕੀਤਾ ਜਾਂਦਾ ਹੈ, ਯਾਨੀ ਕਿ ਉਸ ਤੋਂ ਬਾਅਦ ਉਸ ਪ੍ਰੈਪੋਜੀਸ਼ਨ ਦਾ ਆਬਜੈਕਟ ਯੂਜ਼ ਕੀਤਾ ਜਾਂਦਾ ਹੈ। ਫੋਰ ਐਗਜ਼ਾਮਪਲ, ਦੇ were arguing about money। ਉਹ ਮਨੀ ਦੇ ਬਾਰੇ ਆਰਗਿਊ ਕਰ ਰਹੇ ਸੀ, ਯਾਨੀ ਕਿ ਲੜ ਰਹੇ ਸੀ। ਇਹਦੇ ਵਿੱਚੋਂ ਤੁਸੀਂ ਦੱਸ ਸਕਦੇ ਹੋ ਪ੍ਰੈਪੋਜੀਸ਼ਨਲ ਫਰੇਜ਼ ਕਿਹੜਾ ਹੋਏਗਾ। ਸਭ ਤੋਂ ਪਹਿਲਾਂ ਤੁਸੀਂ ਇਹਦੇ ਵਿੱਚ ਪ੍ਰੈਪੋਜੀਸ਼ਨ ਫਾਈਂਡ ਕਰਨੀ ਹੈ, ਦੈਟ ਮੀਨਸ ਅਬਾਊਟ। ਅਬਾਊਟ ਜਿਹੜੀ ਆ ਉਹ ਆਪਣੀ ਪ੍ਰੈਪੋਜੀਸ਼ਨ ਹੈ ਤੇ ਉਸ ਨੂੰ ਫੋਲੋ ਕਰਦਾ ਹੋਇਆ ਉਸਦਾ ਆਬਜੈਕਟ ਕੀ ਹੋਏਗਾ? ਮਨੀ। ਤਾਂ ਇਹ ਹੋ ਗਿਆ ਸਾਡਾ ਪ੍ਰੈਪੋਜੀਸ਼ਨਲ ਫਰੇਜ਼। ਅਗਰ ਸਿਰਫ ਆਪਾਂ ਪ੍ਰੈਪੋਜੀਸ਼ਨਲ ਫਰੇਜ਼ ਦੀ ਗੱਲ ਕਰੀਏ ਅਬਾਊਟ ਮਨੀ, ਤਾਂ ਅਗਰ ਆਪਾਂ ਇਕੱਲੇ ਅਬਾਊਟ ਮਨੀ ਦੀ ਗੱਲ ਕਰਦੇ ਤਾਂ ਸਾਨੂੰ ਇਸ ਵਿੱਚ ਕੋਈ ਖਾਸ ਮੀਨਿੰਗ, ਪੂਰਾ ਸੈਂਸ ਜਿਹੜਾ ਉਹ ਨਿਕਲ ਕੇ ਨਹੀਂ ਆ ਰਿਹਾ ਕਿ ਮਨੀ ਬਾਰੇ ਕੀ ਹੋ ਰਿਹਾ। ਸਾਨੂੰ ਪੂਰਾ ਸੈਂਸ ਤਦ ਹੀ ਨਿਕਲ ਕੇ ਆਉਂਦਾ ਹੈ, ਤਦ ਹੀ ਸਮਝ ਆਉਂਦਾ ਹੈ ਜਦੋਂ ਆਪਾਂ ਪੂਰੇ ਸੈਂਟੈਂਸ ਨੂੰ ਇਕੱਠਾ ਦੇਖਦੇ ਹਾਂ ਕਿ ਦੇ ਵਰ ਆਰਗਿਊਇੰਗ ਅਬਾਊਟ ਮਨੀ। ਲੇਕਿਨ ਅਬਾਊਟ ਮਨੀ ਜੋ ਹੈ ਇਹ ਸਾਡਾ ਹੋਏਗਾ ਪ੍ਰੈਪੋਜੀਸ਼ਨਲ ਫਰੇਜ਼। ਫਰੇਜ਼ ਤਾਂ ਹੈ ਹੀ, ਪਰ ਕਿਹੜਾ ਹੈ? ਪ੍ਰੈਪੋਜੀਸ਼ਨਲ ਫਰੇਜ਼ ਜਿਹਦੇ ਵਿੱਚੋਂ ਜੋ ਮਨੀ ਹੈ ਇਹ ਹੋਏਗਾ ਜੀ ਆਬਜੈਕਟ ਆਫ ਪ੍ਰੈਪੋਜੀਸ਼ਨ। ਇਹ ਪ੍ਰੈਪੋਜੀਸ਼ਨ ਦਾ ਆਬਜੈਕਟ ਹੈ ਐਂਡ ਅਬਾਊਟ ਜਿਹੜਾ ਹੈ ਇਹ ਹੋਏਗੀ ਸਾਡੀ ਪ੍ਰੈਪੋਜੀਸ਼ਨ। ਸੋ ਅਬਾਊਟ ਪ੍ਰੈਪੋਜੀਸ਼ਨ ਹੈ, ਮਨੀ ਉਸਦਾ ਆਬਜੈਕਟ ਹੈ ਐਂਡ ਅਬਾਊਟ ਮਨੀ ਇਕੱਠਾ ਸਾਡਾ ਪ੍ਰੈਪੋਜੀਸ਼ਨਲ ਫਰੇਜ਼ ਹੈ। ਇੱਕ ਐਗਜ਼ਾਮਪਲ ਹੋਰ ਦੇਖ ਲਓ, she is the best by far। ਹਾਂਜੀ, ਇਹਦੇ ਵਿੱਚੋਂ ਪ੍ਰੈਪੋਜੀਸ਼ਨਲ ਫਰੇਜ਼ ਕਿਹੜੀ ਹੈ? ਤਾਂ ਬਾਏ ਫਾਰ ਜਿਹੜੀ ਹੈ ਇਹ ਸਾਡੀ ਹੋਏਗੀ ਪ੍ਰੈਪੋਜੀਸ਼ਨਲ ਫਰੇਜ਼। ਪ੍ਰੈਪੋਜੀਸ਼ਨਲ ਫਰੇਜ਼ ਤੇ ਇਹਦੇ ਵਿੱਚ ਤੁਸੀਂ ਦੱਸ ਸਕਦੇ ਹੋ ਜਿਹੜਾ ਪ੍ਰੈਪੋਜੀਸ਼ਨ ਹੈ ਉਹ ਹੋਏਗੀ ਬਾਏ ਇਜ਼ ਅ ਪ੍ਰੈਪੋਜੀਸ਼ਨ ਐਂਡ ਫਾਰ ਇਜ਼ ਦਾ ਆਬਜੈਕਟ ਆਫ ਦੈਟ ਪ੍ਰੈਪੋਜੀਸ਼ਨ। ਇੱਕ ਐਗਜ਼ਾਮਪਲ ਹੋਰ ਦੇਖ ਲੈਂਦੇ ਹਾਂ ਇਸਦੀ। ਸੋ ਨੈਕਸਟ ਸੈਂਟੈਂਸ ਹੈ ਆਪਣੇ ਕੋਲ, employees can buy vouchers at a discount। ਵਿੱਚ ਦੱਸੋ ਇਸ ਦੇ ਵਿੱਚ ਜਿਹੜਾ ਪ੍ਰੈਪੋਜੀਸ਼ਨਲ ਫਰੇਜ਼ ਕਿਹੜੀ ਹੈ? ਤਾਂ ਬਿਲਕੁਲ ਇਹ ਹੋਏਗੀ ਜੀ ਸਾਡੀ ਪ੍ਰੈਪੋਜੀਸ਼ਨਲ ਫਰੇਜ਼। ਇਸ ਦੇ ਵਿੱਚੋਂ ਐਟ ਜੋ ਹੈ ਇਹ ਹੋਏਗਾ ਸਾਡਾ ਪ੍ਰੈਪੋਜੀਸ਼ਨ ਤੇ ਅ ਡਿਸਕਾਊਂਟ ਜਿਹੜਾ ਹੈ ਇਹਦਾ ਹੋਏਗਾ ਆਬਜੈਕਟ। ਹਾਂਜੀ, ਨੈਕਸਟ ਸੈਂਟੈਂਸ ਹੈ ਸਾਡੇ ਕੋਲ, ਡੋਂਟ ਵੇਸਟ ਟਾਈਮ ਵਿਦ ਰਿਗਰੈਟ। ਹਾਂਜੀ, ਇਹਦੇ ਵਿੱਚ ਪ੍ਰੈਪੋਜੀਸ਼ਨਲ ਫਰੇਜ਼ ਕਿਹੜਾ ਹੋਏਗਾ? ਤਾਂ ਬਿਲਕੁਲ ਇਹ ਜਿਹੜਾ ਹੈ ਸਾਡੇ ਕੋਲ ਹੋਏਗਾ ਪ੍ਰੈਪੋਜੀਸ਼ਨਲ ਫਰੇਜ਼। ਤੇ ਇਹਦੇ ਵਿੱਚੋਂ ਪ੍ਰੈਪੋਜੀਸ਼ਨ ਕਿਹੜੀ ਹੈ? ਵਿਦ ਜੋ ਹੈ ਉਹ ਸਾਡੇ ਕੋਲ ਹੈਗੀ ਹੈ ਪ੍ਰੈਪੋਜੀਸ਼ਨ ਐਂਡ ਰਿਗਰੈਟ ਜੋ ਹੈ ਇਹ ਹੋਏਗਾ ਆਬਜੈਕਟ ਆਫ ਦੈਟ ਪ੍ਰੈਪੋਜੀਸ਼ਨ। ਕਲੀਅਰ?
ਤਾਂ ਵਿਦ ਰਿਗਰੈਟ ਸਾਡਾ ਪ੍ਰੈਪੋਜੀਸ਼ਨਲ ਫਰੇਜ਼ ਹੈ, ਵਿਦ ਸਾਡੀ ਪ੍ਰੈਪੋਜੀਸ਼ਨ ਹੈ ਤੇ ਰਿਗਰੈਟ ਉਸਦਾ ਆਬਜੈਕਟ ਹੈ। ਨੈਕਸਟ ਸੈਂਟੈਂਸ ਹੈ ਸਾਡੇ ਕੋਲ we drive our car to the market। ਹਾਂਜੀ, ਇਹ ਹੈਗਾ ਸਾਡੇ ਕੋਲ ਸੈਂਟੈਂਸ ਵੀ ਡਰਾਈਵ ਆਰ ਕਾਰ ਟੂ ਦਾ ਮਾਰਕੀਟ। ਹੁਣ ਇਸ ਦੇ ਵਿੱਚੋਂ ਦੱਸੋ ਕਿ ਇਸ ਦੇ ਵਿੱਚੋਂ ਪ੍ਰੈਪੋਜੀਸ਼ਨਲ ਫਰੇਜ਼ ਕਿਹੜੀ ਹੈ। ਹਾਂਜੀ, ਤਾਂ ਟੂ ਦ ਮਾਰਕੀਟ ਜਿਹੜੀ ਹੈ ਉਹ ਸਾਡੇ ਕੋਲ ਹੋਏਗੀ ਪ੍ਰੈਪੋਜੀਸ਼ਨਲ ਫਰੇਜ਼। ਟੂ ਦਾ ਮਾਰਕੀਟ ਕੀ ਹੈ ਸਾਡੇ ਕੋਲ ਪ੍ਰੈਪੋਜੀਸ਼ਨਲ ਫਰੇਜ਼। ਪ੍ਰੈਪੋਜੀਸ਼ਨਲ ਫਰੇਜ਼ ਹੋਏਗੀ। ਇਸ ਪ੍ਰੈਪੋਜੀਸ਼ਨਲ ਫਰੇਜ਼ ਦੇ ਵਿੱਚ ਜੋ ਪ੍ਰੈਪੋਜੀਸ਼ਨ ਹੈ ਉਹ ਕਿਹੜੀ ਹੈ, ਤਾਂ ਟੂ ਜੋ ਹੈ ਉਹ ਹੋਏਗਾ ਪ੍ਰੈਪੋਜੀਸ਼ਨ। ਪ੍ਰੈਪੋਜੀਸ਼ਨ ਤੇ ਆਬਜੈਕਟ ਆਫ ਦਾ ਪ੍ਰੈਪੋਜੀਸ਼ਨ ਕਿਹੜਾ ਹੋਏਗਾ ਜੀ ਦ ਮਾਰਕੀਟ। ਤਾਂ ਮਾਰਕੀਟ ਜਿਹੜਾ ਸਾਡੇ ਕੋਲ ਹੋਏਗਾ ਆਬਜੈਕਟ ਆਫ ਦਾ ਪ੍ਰੈਪੋਜੀਸ਼ਨ। ਐਂਡ ਇਹਦੇ ਵਿੱਚੋਂ ਜਿਹੜਾ ਆ ਹੈਗਾ ਜੀ ਕਾਰ, ਇਹ ਵੀ ਇੱਕ ਆਬਜੈਕਟ ਹੈ। ਇਹ ਕਿਹੜਾ ਆਬਜੈਕਟ ਹੈ, ਇਹ ਹੈਗਾ ਜੀ ਸਾਡੇ ਕੋਲ ਡਾਇਰੈਕਟ ਆਬਜੈਕਟ। ਵੀ ਡਰਾਈਵ ਆਰ ਕਾਰ ਟੂ ਦਾ ਮਾਰਕੀਟ, ਟੂ ਪ੍ਰੈਪੋਜੀਸ਼ਨ ਹੈ, ਦ ਮਾਰਕੀਟ ਆਬਜੈਕਟ ਆਫ ਦੈਟ ਪ੍ਰੈਪੋਜੀਸ਼ਨ ਹੈ ਤੇ ਟੂ ਦਾ ਮਾਰਕੀਟ ਇਕੱਠਾ ਜੋ ਗਰੁੱਪ ਆਫ ਵਰਡਸ ਹੈ ਇਹ ਹੈਗਾ ਜੀ ਪ੍ਰੈਪੋਜੀਸ਼ਨਲ ਫਰੇਜ਼ ਤੇ ਕਾਰ ਇਹਦੇ ਵਿੱਚ ਡਾਇਰੈਕਟ ਆਬਜੈਕਟ ਹੈ ਜਿਸ ਨੂੰ ਡਰਾਈਵ ਕੀਤਾ ਜਾ ਰਿਹਾ ਉਹ ਹੋਏਗਾ ਸਾਡਾ ਡਾਇਰੈਕਟ ਆਬਜੈਕਟ। ਤੇ ਇਹ ਹੋ ਗਿਆ ਜੀ ਪ੍ਰੈਪੋਜੀਸ਼ਨਲ ਫਰੇਜ਼ ਜਿਸਦੇ ਆਪਾਂ 5 ਸੈਂਟੈਂਸਸ ਐਗਜ਼ਾਮਪਲ ਦੇ ਤੌਰ ਤੇ ਦੇਖੇ। ਤੇ ਪ੍ਰੈਪੋਜੀਸ਼ਨਲ ਫਰੇਜ਼ ਕੀ ਹੁੰਦਾ ਹੈ, ਜਿਸ ਗਰੁੱਪ ਆਫ ਵਰਡਸ ਦੇ ਵਿੱਚ ਪ੍ਰੈਪੋਜੀਸ਼ਨ ਯੂਜ਼ ਹੁੰਦੀ ਹੈ ਤੇ ਨਾਲ ਹੀ ਆਬਜੈਕਟ ਜਿਹੜਾ ਉਸ ਪ੍ਰੈਪੋਜੀਸ਼ਨ ਦਾ ਉਹ ਉਸ ਨੂੰ ਫੋਲੋ ਕਰਦਾ ਹੈ, ਉਹਨਾਂ ਗਰੁੱਪ ਆਫ ਵਰਡਸ ਨੂੰ ਆਪਾਂ ਪ੍ਰੈਪੋਜੀਸ਼ਨਲ ਫਰੇਜ਼ ਕਹਿੰਦੇ ਹਾਂ। ਵੀਡੀਓ ਦੇ ਵਿੱਚ ਆਪਾਂ ਵਰਬ ਫਰੇਜ਼ ਪ੍ਰੈਪੋਜੀਸ਼ਨਲ ਫਰੇਜ਼ ਨੂੰ ਦੋ ਫਰੇਜ਼ਸ ਨੂੰ ਆਪਾਂ ਡਿਟੇਲ ਦੇ ਵਿੱਚ ਸਮਝੇ। ਇਸ ਤੋਂ ਪਹਿਲਾਂ ਨਾਊਨ ਫਰੇਜ਼ ਆਪਾਂ ਲਾਸਟ ਵੀਡੀਓ ਦੇ ਵਿੱਚ ਸਮਝ ਚੁੱਕੇ ਹਾਂ। ਤੁਹਾਨੂੰ ਕਨਸੈਪਟ ਸਮਝ ਆ ਰਹੇ ਹੁਣ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ। ਬਾਕੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਆਪਣਾ ਫੀਡਬੈਕ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਥੈਂਕ ਯੂ।